ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਰਾਹੀਂ ਸਤਿਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਸੀ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਨੌਵੇਂ ਗੁਰੂਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਤਿਨਾਂ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਨੂੰ ਲੜੀਵਾਰ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚ ਸੰਗਤੀ ਰੂਪ ਵਿੱਚ ਵਿਚਾਰਨ ਦਾ ਯਤਨ ਕਰਦੇ ਹਾਂ। ਨੌਵੇਂ ਪਾਤਸ਼ਾਹ ਮਹਾਰਾਜ ਦੇ ਸ਼ਲੋਕ ਜੋ ਆਪਾਂ ਕੱਲ੍ਹ ਤੋਂ ਸਤਿਗੁਰੂ ਮਹਾਰਾਜ ਦੀ ਇਸ ਪਾਵਨ ਬਾਣੀ ਨੂੰ ਵਿਚਾਰਨ ਦਾ ਯਤਨ ਆਰੰਭ ਕੀਤਾ ਹੈ। ਪਹਿਲੇ 4 ਸ਼ਲੋਕ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੇ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁੱਲ 57 ਸ਼ਲੋਕ ਹਨ, ਜਿਨ੍ਹਾਂ ਨੂੰ ਆਪਾਂ ਲੜੀਵਾਰ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਪਹਿਲੇ 4 ਸ਼ਲੋਕਾਂ ਦਾ ਸੰਖੇਪ ਭਾਵ ਸਮਝ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਪਹਿਲੇ ਸ਼ਲੋਕ ਵਿੱਚ ਰੱਬੀ ਗੁਣਾਂ ਨਾਲ ਜੁੜਨ ਲਈ ਇੱਕ ਬਾਕਮਾਲ ਉਦਾਹਰਣ ਸਾਡੇ ਸਾਹਮਣੇ ਰੱਖੀ। ਜਿਹ ਬਿਦ ਜਲ ਕਉ ਮੀਨ, ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਇਵੇਂ ਰੱਬੀ ਗੁਣਾਂ ਦਾ ਆਧਾਰ ਆਸਰਾ ਮਨੁੱਖ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਜ਼ਰੂਰਤ ਹੈ। ਫਿਰ ਹਜ਼ੂਰ ਮਹਾਰਾਜ ਨੇ ਮਨੁੱਖ ਨੂੰ ਸੁਚੇਤ ਕੀਤਾ, ਤੂੰ ਵਿਸ਼ੇ ਵਿਕਾਰਾਂ ਵਿੱਚ ਲੀਨ ਹੋ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਗਵਾਉਂਦਾ ਤੁਰਿਆ ਜਾ ਰਿਹਾ ਹੈ। ਜਵਾਨੀ ਦੀ ਅਵਸਥਾ ਗੁਜ਼ਰ ਗਈ, ਬੁਢੇਪਾ ਆ ਗਿਆ, ਜਾਨੀ ਕਿ ਜੀਵਨ ਇਸੇ ਤਰ੍ਹਾਂ ਗੁਜ਼ਰਦਾ ਹੈ। ਪਰ ਜਦੋਂ ਚਿੰਤਨ ਵਿੱਚ ਪਰਮੇਸ਼ਰ ਦੇ ਗੁਣ ਨਾ ਹੋਣ ਤੇ ਭਾਵੇਂ ਜਵਾਨੀ ਹੋਵੇ ਭਾਵੇਂ ਬੁਢੇਪਾ ਹੋਵੇ, ਮਨੁੱਖ ਦੇ ਅੰਦਰ ਕਦੇ ਵੀ ਸੁਚੱਜਾ ਖਿਆਲ ਪੈਦਾ ਨਹੀਂ ਹੁੰਦਾ ਤੇ ਓੜਕ ਨੂੰ ਸਰੀਰ ਦੀਆਂ ਅਤੇ ਦਿਮਾਗ ਦੀਆਂ, ਬੁੱਧੀ ਦੀਆਂ ਕਮਜ਼ੋਰੀਆਂ ਮਨੁੱਖ 'ਤੇ ਹਾਵੀ ਹੋ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਆਪਣੇ ਬਣੇ ਹੋਏ ਜੀਵਨ ਮੁਤਾਬਕ ਵਿਚਰਦਿਆਂ ਅਸੰਤੁਸ਼ਟ ਰਹਿ ਕੇ ਭਟਕਣਾ ਵਿੱਚ ਪੈ ਕੇ ਮਨੁੱਖ ਆਪਣੀ ਦੁਰਲੱਭ ਜ਼ਿੰਦਗੀ ਅਜਾਈਂ ਗਵਾ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਪੰਜਵੇਂ ਸ਼ਲੋਕ ਵਿੱਚ ਫਰਮਾਉਂਦੇ ਹਨ, ਧਨ ਦਰ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਧਨ ਤੋਂ ਭਾਵ ਹੈ ਦੌਲਤ ਤੇ ਦਾਰਾ ਤੋਂ ਭਾਵ ਹੈ ਔਰਤ। ਸੰਪਤ ਤੋਂ ਅਰਥ ਹੈ ਸੰਪਤੀ, ਜਾਇਦਾਦ, ਪ੍ਰਾਪਰਟੀ। ਸਗਲ ਭਾਵ ਇਹ ਸਾਰਾ ਕੁਝ, ਇਤਿਆਦਿਕ। ਜਿਵੇਂ ਆਪਾਂ ਕੁਝ ਚੀਜ਼ਾਂ ਗਿਣ ਕੇ ਕਹਿ ਦਿੰਦੇ ਨਾ ਆਦਿਕ, ਭਾਵ ਹੋਰ ਵੀ ਬਹੁਤ ਕੁਝ। ਧਨ ਦੌਲਤ, ਇਸਤਰੀ ਦਾ ਭਾਵ ਆਪਣੇ ਵਿਰੋਧੀ ਲਿੰਗ ਦਾ। ਮਰਦ ਨੂੰ ਔਰਤ ਦਾ ਹੋ ਸਕਦਾ ਹੈ, ਔਰਤ ਨੂੰ ਮਰਦ ਦੀ ਖਿੱਚ ਹੋ ਸਕਦੀ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਸਰੀਰਕ ਖਿੱਚ, ਫਿਜ਼ੀਕਲੀ ਖਿੱਚ, ਜਾਂ ਰਿਸ਼ਤਿਆਂ ਦਾ ਮੋਹ ਵੀ ਕਿਹਾ ਜਾ ਸਕਦਾ ਹੈ। ਕਿ ਮਨੁੱਖ ਨੂੰ ਆਪਣੇ ਪਰਿਵਾਰ ਵਿੱਚ ਬਾਕੀ ਰਿਸ਼ਤੇ ਨਾਤੇ ਜਿਹੜੇ ਨੇ ਉਹਦੇ ਸੁਰਤ ਉੱਤੇ, ਦਿਮਾਗ ਉੱਤੇ ਮੋਹ ਵਸ ਹੋ ਕੇ ਇੰਨੇ ਹਾਵੀ ਹਨ ਵੀ ਉਸ ਨੂੰ ਕੋਈ ਚੰਗਾ ਪੱਖ ਸੁੱਝਦਾ ਹੀ ਨਹੀਂ। ਸੰਪਤ ਦਾ ਮਤਲਬ ਹੈ ਸੰਪਤੀ, ਜਾਇਦਾਦ, ਪ੍ਰਾਪਰਟੀ। ਹਜ਼ੂਰ ਮਹਾਰਾਜ ਆਖਦੇ ਨੇ ਇਹ ਦੌਲਤ, ਇਹ ਰਿਸ਼ਤੇ ਨਾਤੇ, ਇਹ ਸਰੀਰਕ ਖਿੱਚ, ਇਹ ਪ੍ਰਾਪਰਟੀ, ਸਾਰਾ ਕੁਝ ਜਿਨ ਆਪਣੀ ਕਰ ਮਾਨ, ਜਿਸ ਨੇ ਇਸ ਨੂੰ ਹਮੇਸ਼ਾ ਲਈ ਆਪਣੀ ਸਮਝ ਲਿਆ ਹੈ।
कि अज मेरे कोल है और हमेशा ही रहेगी। कदे ख्याल विच रखना, ये सारा कुछ सानू दात रूप विच प्राप्त होया, बख्शिश इहनूं आपां कह सकते हैं। हालांकि मनुख दावा तो यह करदा भी मेरी कमाई, मेरा स्ट्रगल, मेरा हुनर, मेरी कला, ये ठीक है कि मनुख अपने जीवन विच संघर्ष भी करता है, स्ट्रगल भी करता है, मेहनत भी करता है, उद्यम भी करता है, यतन भी करता है। ये सारा कुछ मनफी नहीं किया जा सकता। पर एक ख्याल होर इहदे नाल अपनी सुरत विच टिका लईए भी सारा कुछ साडे संघर्ष ते ही नहीं खड़ा। उद्यम साडा है, इस विच कोई दो राय नहीं। उद्यम की बड़ी वड्डी महत्ता है जीवन विच। उद्यम तो बिना तक कुछ भी प्राप्त नहीं हुंदा। सियाणिਆਂ ਦਾ कथन है भी प्रशादा भी कोई बना के देदा है ना, तो तुहानूं खुद उस नूं मूँह च पा के चित्थण का उद्यम भी तो करना पएगा। इन्नी तो मेहनत तुहाडे लई दूजा नहीं ना कर सकदा। उद्यम नूं मनफी नहीं किया जा रहा, ना मनुख की कला ते हुनर नूं मनफी किया जा रहा, ना मनुख दे स्ट्रगल नूं संघर्ष नूं मनफी किया जा रहा, इनूं नकारिया नहीं जा रहा। पर सतगुरु कहंदे भी ये सारा कुछ यही नहीं है, इस तो बिना बख्शिश भी है। जिवें मैं आम कई बार उदाहरण दी है भी मनुख का सानू जिहड़ा शरीर हासिल होया है ना, ये अपने आप विच उहदी बख्शिश का सब तो वड्डा प्रमाण है। जिस तरीके का स्ट्रक्चर फिजिकली शरीर का रचिया ढांचा उसने बनाया, ये विच साह पाए ने, सुरत सोझी पाई है, भावनावां दे जज्बातां दे वेग ये विच चलदे ने। जरा सोच के तो वेखो, ये सारा कुछ की किते मनुखी हुनर है जां ये साडे किसी स्ट्रगल करके सानू हासिल होया? साडे च ऐसी की खूबी है कि सानू ये सारा कुछ उपलब्ध है, मुयसर है, प्राप्त होया? इस धरती दे विच अनाज पैदा करन दी जिहड़ी तरकीब है कि मनुख दी है। मनुख नूं प्यास लगे तो उसकी पानी की लोड़ पूरी होवे। ये जिन्नी पैदाइश है संसार दे विच, कुदरत विच, नेचर विच है कि ये साडी नहीं, असी ते आप पार्ट ऑफ नेचर हाँ, यानी कि कुदरत का एक सूक्ष्म जिहा हिस्सा हाँ। असी बहुत वड्डी चीज़ नहीं, असी एक सूक्ष्म जिहा हिस्सा, छोटा जिहा अंग। कुदरत का पसारा बहुत अनंत ते बहुत वड्डा है। हुण उत्थे तुसी सोच के वेखो भी उत्थे साडे हंकार दी कुदरत के सामने वैल्यू की है, मेरी ईगो की पहुँच किन्नी है। तो सतगुरु आखदे जदों तू कुदरत विच तेरा एक हिस्सा, तेरा एक रोल जां तेरी अपना वजूद एक बड़ा सूक्ष्म जिहा है, छोटा जिहा है, तो फिर तू हौमै करके किहनूं विखाउणा है? अपने आले दुआले दे बंदिआं नूं, अपने आले दुआले दे, क्योंकि साडा कंपीटीशन तो अपने आले दुआले नाल ही है ना, मुकाबला तो अपने वर्गे लोगों नाल ही है ना। और वो भी उन्हां नाल जिन्हां नूं असीं जाणदे हैं, जिन्हां नहीं जाणदे उन्हां नाल साडा कोई कंपीटीशन नहीं है। मैं कई बार उदाहरण दित्ती है भी आपां सफ़र करदे हां ते वेखदे हां किसी बगाने शहर गए, होर तां होर तुसीं किसी नाल दे शहर ही चले जाओ, 4 घर छड्ड के 5वें घर नूं ही वेख लो, वड्डा घर बन रहा, तुहानूं कोई बहुता फील नहीं हुंदा। भावें उसने अरबां रुपया ला दिता होवे, अरबां डॉलर खर्च दिते होने घर दे उत्ते, तुसीं कहंदे हो बड़ा सोहना है, पर तुहाडी ईगो हर्ट नहीं हुंदी क्योंकि तुसीं उसनूं जाणदे नहीं। पर तुहाडी जाण पछाण वाला बंदा ही कोई एडा वड्डा घर बना लै, फिर उत्थे तुहाडी फीलिंग बदल जाए, क्योंकि तुहाडा उत्थे कंपीटीशन है। तुसीं मिथ लिया भी इस बंदे नाल मेरा कंपीटीशन है, तो ये अगे लंघदा है कि मैं अगे लंघ, ये तुसीं दौड़ आपे ही बनाई है, किसी नहीं बनाई। एक खड़ी हुई 4 दीवारी जिहड़ी वो भला तुहानूं की दुख दे सकती है? किसी कोल छोटी है, किसी कोल वड्डी है, किसी कोल थोड़ी महंगी है, किसी कोल थोड़ी घट कीमत वाली है, ਉਹਦਾ ਤੁਹਾਨੂੰ दुखी करने का तो कोई परपज़ नहीं। ਉਹਦੀ कमाई है, ਉਹਦੇ ਕੋਲ पैसा वो बना रहा, ਤੁਹਾਨੂੰ दुखी करने लिए थोड़ा बना रहा, अपने शौक ਨੂੰ भी बना रहा हो सकता है, वो अपनी सहूलत ਲਈ अपने आप ਲਈ बना रहा, ਤੁਹਾਨੂੰ दुखी करना ਉਹਦਾ परपज़ नहीं है, पर तुसी हो रहे हो। क्योंकि असी जिस वेले मिथ लैंदे हाँ, असी आप इस दौड़ नूं इहदी चोण कर लैंदे भी मैं इस दौड़ च हाँ, असी अपने आप नूं उत्थे उस ट्रैक ते ले आंदा है।
ਜਿੱਥੇ ਅਸੀਂ ਦੁਖੀ ਹੋਣਾ ਸਾਡਾ ਤੈਅ ਹੈ, ਜਿੱਥੇ ਸਾਡਾ ਪਰੇਸ਼ਾਨ ਹੋਣਾ ਤੈਅ ਹੈ। ਇਹ ਸਾਡੀ ਸਹੇੜੀ ਹੋਈ ਮੁਸੀਬਤ ਹੈ, ਔਰ ਇਹ ਮੁਸੀਬਤ ਜਿਹੜੀ ਹੈ ਕਿੱਥੋਂ ਪੈਦਾ ਹੋਈ ਹੈ? ਸਾਡੀ ਅਗਿਆਨਤਾ ਵਿੱਚੋਂ, ਜੀਵਨ ਪ੍ਰਤੀ ਸਾਡੀ ਬੇਸਮਝੀ। ਇਸੇ ਨੂੰ ਤਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈ ਤੇਰੀ ਜ਼ਿੰਦਗੀ 'ਚ। ਅਸੀਂ ਸੋਚਦੇ ਰਹਿੰਦੇ ਖੌਰੇ ਕਿਹੜੇ ਹਨੇਰੇ ਦੀ ਗੱਲ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ। ਇਹੀ ਉਹ ਅੰਧਕਾਰ ਹੈ ਜਿਹਦੇ ਵਿੱਚ ਅਸੀਂ ਭਟਕਦੇ ਹਾਂ, ਔਰ ਸਾਰੀ ਜ਼ਿੰਦਗੀ ਭਟਕਦੇ ਹਾਂ, ਇੱਕ ਨਹੀਂ ਅਨੇਕ ਕਿਸਮਾਂ ਦੇ ਨਾਲ, ਅਨੇਕ ਕਾਰਨਾਂ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ ਵੀ ਤੂੰ ਮੰਨ ਲਿਆ ਵੀ ਮੇਰਾ ਹੈ, ਤੇ ਇਹ ਵੀ ਮੰਨ ਲਿਆ ਵੀ ਸਦਾ ਲਈ ਮੇਰਾ ਰਹੇ। ਕੀ ਤੇਰੇ ਅੰਦਰ ਕਦੇ ਫੀਲਿੰਗ ਆਈ ਵੀ ਅੱਜ ਘਰ ਹੋ ਸਕਦਾ ਕੱਲ ਨੂੰ ਨਾ ਹੋਵੇ, ਅੱਜ ਇਹ ਦੇਈ ਹੈ, ਅੱਜ ਕੰਮ ਕਰਦੀ ਹੋ ਸਕਦਾ ਕੱਲ ਨੂੰ ਨਾ ਕਰੇ? ਕਦੇ ਤੂੰ ਦੂਜਾ ਪੱਖ ਵਿਚਾਰ ਕੇ ਵੇਖਿਆ? ਅੱਜ ਮੈਂ ਦੌਲਤਮੰਦ ਹੋ ਸਕਦਾ ਕੱਲ ਨੂੰ ਥੋੜ੍ਹਾ ਜਿਹਾ ਗਰੀਬ ਹੋ ਜਾਵਾਂ। ਅੱਜ ਮੇਰੇ ਕੋਲ 4 ਮਨੁੱਖ ਮੇਰੀ ਰਿਸਪੈਕਟ ਕਰਦੇ ਨੇ, ਹੋ ਸਕਦਾ ਕੱਲ ਨੂੰ ਨਾ ਕਰਨ। ਨਹੀਂ, ਅਸੀਂ ਇਹ ਪੱਖ ਲੈ ਕੇ ਜ਼ਿੰਦਗੀ ਵਿੱਚ ਚੱਲੇ ਹੀ ਨਹੀਂ। ਮਹਾਰਾਜ ਕਹਿੰਦੇ ਸਾਡੀ ਮੁਸ਼ਕਿਲ ਕੀ ਹੈ? ਜੇ ਨਾ ਪੁੰਨੀ ਕਰਮਾਂ। ਮੈਂ ਪੱਕੀ ਮੰਨ ਲਈ ਵੀ ਮੇਰੀ ਹੈ ਤੇ ਮੇਰੇ ਕੋਲ ਹੀ ਰਹੇਗੀ। ਜਦੋਂ ਨਹੀਂ ਰਹਿੰਦੀ ਫਿਰ ਕੀ ਹੁੰਦਾ? ਜਦੋਂ ਨਹੀਂ ਰਹਿੰਦੀ ਫਿਰ ਕੀ ਹੁੰਦਾ? ਜ਼ਰਾ ਸੋਚੋ ਨਾ, ਜੇ ਦੇਈ ਉਹੋ ਜਿਹੀ ਨਹੀਂ ਰਹੀ ਜਿਹੋ ਜਿਹੇ ਅਸੀਂ ਜੰਮੇ ਸਾਂ। ਇਹਨੇ ਬਚਪਨ ਹੰਢਾਇਆ, ਇਹਨੇ ਹਰ ਸਾਲ ਦੇਈ ਵੱਧਦੀ ਰਹੀ। ਫਿਜ਼ੀਕਲੀ ਕਿੰਨੀਆਂ ਤਬਦੀਲੀਆਂ, ਅਸੀਂ ਸਰੀਰਕ ਤਬਦੀਲੀਆਂ ਹੰਢਾਈਆਂ, ਜਵਾਨੀ ਆਈ, ਬੁਢੇਪਾ ਆਇਆ। ਤੇ ਜੇ ਮਾਣ ਸਨਮਾਨ 'ਚ ਫਰਕ ਪੈਂਦਾ ਤੇ ਉਹ ਵੀ ਤਾਂ ਸਰੀਰ ਵਾਂਗ ਹੀ ਹੈ ਨਾ। ਪਦਾਰਥ ਜਿਹੜੇ ਸਾਡੇ ਕੋਲ ਲਿਆਉਂਦੇ ਨੇ, ਚਲੇ ਜਾਂਦੇ ਨੇ, ਥੋੜ੍ਹੇ ਹੋ ਜਾਂਦੇ ਨੇ, ਬਹੁਤੇ ਹੋ ਜਾਂਦੇ ਨੇ, ਪੁਰਾਣੇ ਹੋ ਜਾਂਦੇ ਨੇ, ਟੁੱਟ ਉਹ ਵੀ ਤਾਂ ਸਾਡੇ ਵਾਂਗ, ਸਾਡੇ ਸਰੀਰ ਵਾਂਗ ਹੀ ਹੈ ਨਾ। ਕੋਈ ਵੀ ਚੀਜ਼ ਜਾਨੀ ਕਿ ਸੰਸਾਰ ਵਿੱਚ ਪੱਕੀ ਨਹੀਂ ਹੈ, ਥਿਰ ਨਹੀਂ ਹੈ, ਇਸ ਗੱਲ ਨੂੰ ਸਮਝ ਲਈਏ। ਪਰ ਮਹਾਰਾਜ ਕਹਿੰਦੇ ਜਦੋਂ ਅਸੀਂ ਇਸ ਨੁਕਤੇ ਤੋਂ ਥਿੜਕ ਜਾਂਦੇ ਹਾਂ ਵੀ ਇਹ ਸੰਸਾਰ ਦੀ ਹਰ ਵਸਤੂ ਚਲਾਏਮਾਨ ਹੈ, ਤਾਂ ਜਦੋਂ ਅਸੀਂ ਮੰਨ ਲੈਨੇ ਵੀ ਨਹੀਂ ਮੇਰੀ ਹੈ ਤੇ ਮੇਰੇ ਕੋਲ ਹੀ ਰਹੇਗੀ, ਅਸੀਂ ਸੁਰਤ ਕਰਕੇ ਉਹਦੇ 'ਤੇ ਕਾਬਜ ਹੋ ਜਾਂਦੇ ਹਾਂ। ਜਦੋਂ ਨਹੀਂ ਰਹਿੰਦੀ ਫਿਰ ਸਭ ਤੋਂ ਵੱਧ ਤਕਲੀਫ ਵੀ ਅਸੀਂ ਸਹਿਣ ਕਰਦੇ ਹਾਂ, ਕਿਉਂਕਿ ਮੰਨਿਆ ਅਸੀਂ ਹੁੰਦਾ, ਸੁਰਤ ਕਰਕੇ ਕਬਜ਼ਾ ਸਾਡਾ ਹੁੰਦਾ। ਇਸ ਲਈ ਹਜ਼ੂਰ ਨੇ ਬਾਣੀ 'ਚ ਕਿਹਾ ਸੀ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਤੋ ਪਾਤਸ਼ਾਹ ਜੀ ਆਖਦੇ ਨੇ, ਇਨਮੈ ਕਛ ਸੰਗੀ ਨਹੀਂ, ਕੋਈ ਵੀ ਚੀਜ਼ ਐਸੀ ਨਹੀਂ ਅੱਜ ਹੈ ਤੇ ਕੱਲ੍ਹ ਨੂੰ ਵੀ ਹੋਵੇ, ਕੋਈ ਜ਼ਰੂਰੀ ਨਹੀਂ। ਪੋਸੀਬਿਲਿਟੀ ਹੈ ਵੀ ਜੋ ਅੱਜ ਹੈ ਹੋ ਸਕਦਾ ਕੱਲ੍ਹ ਨਾ ਹੋਵੇ, ਜੋ ਕੱਲ੍ਹ ਅਸੀਂ ਉਹ ਅੱਜ ਨਹੀਂ ਰਿਹਾ। ਇਹ ਹਰ ਚੀਜ਼ ਸੰਸਾਰ ਦੀ ਤਬਦੀਲੀ ਦੇ ਵਿੱਚ ਆਉਂਦੀ ਹੈ ਔਰ ਚੱਲਦੀ ਹੈ, ਰੈਗੂਲਰ ਕਿਰਿਆ 'ਚ ਹੈ, ਸਫ਼ਰ 'ਚ ਹੈ। ਤੋ ਮਹਾਰਾਜ ਕਹਿੰਦੇ ਨੇ, ਇਨਮੈ ਕਛ, ਇਹਨਾਂ ਵਿੱਚੋਂ ਕੁਝ ਵੀ ਸੰਗੀ ਨਹੀਂ, ਸਦਾ ਵਾਸਤੇ ਤੇਰੇ ਨਾਲ ਨਹੀਂ ਹੋਏਗਾ। ਨਾਨਕ ਸਾਚੀ ਜਾਣ। ਇਹ ਨਾਨਕ ਇਹ ਗੱਲ ਸੱਚੀ ਕਰਕੇ ਜਾਣ ਲੈ, ਇਹ ਸੱਚਾ ਉਪਦੇਸ਼ ਆਪਣੀ ਸੁਰਤ ਵਿੱਚ ਟਿਕਾ ਲੈ, ਇਸ ਸੱਚ ਨੂੰ ਪ੍ਰਵਾਨ ਕਰ ਲੈ, ਇਸ ਸੱਚ ਨੂੰ ਆਪਣੇ ਅੰਤਰ-ਆਤਮੇ ਵਿੱਚ ਵਸਾ ਕੇ ਚੱਲ। ਹਜ਼ੂਰ ਆਖਦੇ ਨੇ, ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਪਤਿਤ ਤੋਂ ਭਾਵ ਹੈ ਡਿੱਗਿਆ ਹੋਇਆ। ਆਪਣੇ ਮਿਆਰ ਤੋਂ ਜਿਹੜੀ ਚੀਜ਼ ਡਿੱਗ ਪਵੇ ਉਹਨੂੰ ਪਤਿਤ ਕਿਹਾ ਜਾਂਦਾ। ਕਿਸੇ ਅਸੂਲ ਤੋਂ ਡਿੱਗ ਪੈਣਾ ਉਸ ਨੂੰ ਪਤਿਤ ਆਖਿਆ ਜਾਂਦਾ। ਸਤਿਗੁਰੂ ਪਾਤਸ਼ਾਹ ਆਖਦੇ, ਜਿਹੜਾ ਆਪਣੇ ਮਨੁੱਖੀ ਸੁਭਾਅ ਤੋਂ, ਚੰਗੇ ਗੁਣਾਂ ਵਾਲੇ ਸਚਿਆਰੇ ਜੀਵਨ ਦੇ ਪੱਖ ਤੋਂ ਡਿੱਗ ਪਵੇ, ਕੂੜਿਆਰ ਹੋ ਜਾਏ, ਪਸ਼ੂ ਬਿਰਤੀ ਵਿੱਚ ਚਲਾ ਜਾਏ, ਮੰਦੇ ਅਮਲ ਕਮਾਉਣ ਲੱਗ ਪਵੇ, ਸਮਝੋ ਉਹ ਡਿੱਗ ਪਿਆ। ਡਿੱਗਣਾ ਫਿਜ਼ੀਕਲੀ ਨਹੀਂ, ਮਾਨਸਿਕ ਤੌਰ 'ਤੇ ਸੁਰਤ ਕਰਕੇ ਡਿੱਗਣਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ। ਪਤਿਤੀ ਉਦਾਹਰਨ ਸਤਿਗੁਰੂ ਆਖਦੇ ਨੇ, ਉਸ ਡਿੱਗੇ ਹੋਏ ਵਿਸ਼ੇ ਵਿਕਾਰ ਅਵਗੁਣਾਂ ਵਿੱਚ ਡਿੱਗੇ ਹੋਏ ਮਨੁੱਖ ਦਾ ਵੀ ਉਹ ਉਧਾਰ ਕਰਦਾ ਹੈ, ਉਹਦਾ ਵੀ ਭਲਾ ਕਰਦਾ। ਉਹਦੀ ਵੀ ਪੋਸੀਬਲ ਹੈ ਕਿ ਉਹਦਾ ਵੀ ਉਧਾਰ, ਉਹਦਾ ਵੀ ਭਲਾ ਹੋ ਸਕਦਾ ਹੈ। ਐਸਾ ਨਹੀਂ ਵੀ ਜਿਹੜਾ ਬੰਦਾ ਇੱਕ ਵਾਰ ਅਵਗੁਣਾਂ ਦੀ ਖੱਡ 'ਚ ਡਿੱਗ ਪਿਆ ਉਹ ਬਾਅਦ 'ਚ ਚੰਗਾ ਨਹੀਂ ਬਣ ਸਕਦਾ। ਇਹ ਤਾਂ ਅਸੀਂ ਸਾਰੀਆਂ ਚੀਜ਼ਾਂ ਘੜੀਆਂ ਨੇ।
ਵੈਸੇ ਜੇ ਅਸੀਂ ਇਹ ਜਿਹੜੀ ਗੱਲ ਹੈ ਨਾ, ਜਿਹੜਾ ਮੁਹਾਵਰਾ ਅਸੀਂ ਵਰਤਦੇ ਵੀ ਹਾਂ ਆਮ, ਕਿਉਂਕਿ ਅਸੀਂ ਜਦੋਂ ਕਿਸੇ ਬੰਦੇ ਨੂੰ ਪ੍ਰਵਾਨ ਨਾ ਕਰਨਾ ਹੋਵੇ, ਭਾਵੇਂ ਸਾਨੂੰ ਦਿਸ ਰਿਹਾ ਹੁੰਦਾ ਵੀ ਇਹਦੇ ਕੰਮ ਸਹੀ ਹੋ ਗਏ ਨੇ, ਅੱਗੇ ਨਾਲੋਂ ਇਹ ਬੰਦਾ ਟਰੈਕ 'ਤੇ ਹੈ, ਪਰ ਕਿਉਂਕਿ ਸਾਡਾ ਉਹਦੇ ਨਾਲ ਪਰਸਨੈਲਿਟੀ ਕਲੈਸ਼ ਹੁੰਦਾ ਹੈ। ਕਈ ਵਾਰ ਤੁਸੀਂ ਇਸ ਤਰ੍ਹਾਂ ਵੇਖਿਆ, ਕਿਸੇ ਮਨੁੱਖ ਨਾਲ ਸਾਡਾ ਪਰਸਨੈਲਿਟੀ ਕਲੈਸ਼ ਨਹੀਂ, ਸ਼ਖਸੀ ਟਕਰਾਅ ਨਹੀਂ, ਪਰ ਉਹਦੇ ਕੰਮ ਮਾੜੇ ਨੇ, ਉਹਨੂੰ ਅਸੀਂ ਪ੍ਰਵਾਨ ਕਰ ਲੈਂਦੇ ਹਾਂ, ਕੋਈ ਨਹੀਂ, ਜੇ ਕੰਮ ਮਾੜੇ ਕਰਦਾ ਬੰਦਾ ਤਾਂ ਆਪਣਾ ਹੀ ਹੈ ਨਾ। ਇੱਕ ਮਨੁੱਖ ਦੇ ਕੰਮ ਚੰਗੇ ਨੇ ਪਰ ਉਹਦੇ ਨਾਲ ਸਾਡਾ ਪਰਸਨੈਲਿਟੀ ਕਲੈਸ਼ ਹੈ, ਉਹ ਬੰਦਾ ਸਾਨੂੰ ਚੰਗਾ ਨਹੀਂ ਲੱਗਦਾ, ਕੰਮ ਚੰਗਾ ਲੱਗਦਾ, ਬੰਦਾ ਚੰਗਾ ਨਹੀਂ ਲੱਗਦਾ, ਐਸਾ ਵੀ ਹੁੰਦਾ। ਉਹ ਸ਼ਖਸੀ ਟਕਰਾਅ ਜਿਹੜਾ, ਫਿਰ ਉਹਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ? ਵੇਖੋ ਜੀ, 900 ਚੂਹਾ ਖਾ ਕੇ ਹੁਣ ਬਿੱਲੀ ਹੱਜ ਨੂੰ ਜਾ ਰਹੀ, ਵੀ ਜਾ ਤੇ ਰਹੀ ਹੈ ਨਾ, ਇਹਦੇ 'ਚ ਮਾੜਾ ਕੀ ਹੈ? ਵੀ ਤੂੰ ਚਾਹੁੰਦਾ ਵੀ ਇਹ 1000 ਖਾਂਦੀ ਜਾਂ 1800 ਖਾਂਦੀ, ਫਿਰ ਤੂੰ ਖੁਸ਼ ਹੈ? ਅਸੀਂ ਦਰਅਸਲ ਕੰਮ ਨੂੰ ਤਾਂ ਸਲਾਹ ਰਹੇ ਹੁੰਦੇ ਵੀ ਚਲੋ ਹੱਜ ਤੇ ਜਾ ਰਹੀ ਹੈ, ਪਰ ਇਹਨੂੰ ਜਾਣਾ ਨਹੀਂ ਸੀ ਚਾਹੀਦਾ, ਕਿਉਂਕਿ ਸਾਨੂੰ ਬੰਦਾ ਪ੍ਰਵਾਨ ਨਹੀਂ। ਇਹ ਤਾਂ ਠੀਕ ਹੈ ਵੀ ਹੱਜ ਨੂੰ ਜਾ ਰਹੀ ਹੈ, ਇਹਨੂੰ ਅਸੀਂ ਪਰਸਨੈਲਿਟੀ ਕਲੈਸ਼ ਕਹਿੰਦੇ, ਸ਼ਖਸੀ ਟਕਰਾਵ ਕਹਿੰਦੇ ਹਾਂ, ਵੀ ਮੰਨ ਰਹੇ ਹਾਂ ਅਸੀਂ ਵੀ ਬੰਦਾ ਸਹੀ ਟਰੈਕ 'ਤੇ ਹੈ, ਪਰ ਬੰਦਾ ਪ੍ਰਵਾਨ ਨਹੀਂ, ਇਸ ਕਰਕੇ ਇਹਨੂੰ ਅਸੀਂ ਪ੍ਰਵਾਨ ਨਹੀਂ ਕਰਨਾ, ਇਹਦੇ ਕੰਮ ਵੀ ਅਸੀਂ ਨਕਾਰ ਦੇਣੇ। ਉਹ ਹੁਣ ਕੀ ਹੁੰਦਾ ਵੀ ਅਸੀਂ ਮੰਨ ਲਿਆ ਹੁੰਦਾ ਹੈ ਵੀ ਇਹਦੇ ਪਹਿਲੇ ਔਗਣ ਨੂੰ ਚੁੱਕ ਕੇ ਹੀ ਬਾਰ-ਬਾਰ ਇਸ ਨੂੰ ਨੀਵਾਂ ਵਿਖਾਉਂਦੇ ਰਹੋ, ਤਾਂ ਕਿ ਇਹਦਾ ਹੁਣ ਵਾਲਾ ਜਿਹੜਾ ਗੁਣ ਹੈ ਉਹ ਕੱਜਿਆ ਰਵੇ, ਢੱਕਿਆ ਰਵੇ, ਉਹ ਕਿਸੇ ਦੇ ਸਾਹਮਣੇ ਨਾ ਆਵੇ। ਤੇ ਜੇ ਇਹ ਅਸੂਲ ਨੂੰ ਮੰਨ ਕੇ ਚੱਲੀਏ, ਫਿਰ ਹੋ ਸਕਦਾ ਧਰਮ ਦੀ ਦੁਨੀਆ ਵਿੱਚ ਵੀ ਬਹੁਤ ਵੱਡੇ ਵੱਡੇ ਮਨੁੱਖਾਂ ਨੂੰ ਸਾਨੂੰ ਨਕਾਰਨਾ ਪੈ ਜਾਏ, ਜੇ ਇਸ ਨੁਕਤੇ ਨੂੰ, ਇਸ ਖਿਆਲ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਮਿਥ ਲਈਏ। ਫਿਰ ਤਾਂ ਬਹੁਤ ਸਾਰੇ ਐਸੇ ਵਿਅਕਤੀ ਵਿਸ਼ੇਸ਼ ਨੇ ਤਾਰੀਖ ਵਿੱਚ। ਹੁਣ ਭਾਈ ਸੱਜਣ ਹੈ, ਉਹ ਪਹਿਲਾਂ ਠੱਗੀਆਂ ਮਾਰਦਾ ਸੀ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਆ ਕੇ ਉਹ ਆਪਣੇ ਕਰਮ ਤੋਂ ਤੌਬਾ ਕਰਦਾ ਹੈ, ਤੇ ਹਜ਼ੂਰ ਮਹਾਰਾਜ ਉਸ ਨੂੰ ਆਪਣੇ ਗਲ ਨਾਲ ਲਾਉਂਦੇ ਨੇ, ਆਖਦੇ ਨੇ ਹੁਣ ਭਲਾ ਹੋਇਆ। ਕਿੰਨੇ ਹੀ ਐਸੇ ਮਨੁੱਖਾਂ ਦਾ ਜ਼ਿਕਰ ਤਾਰੀਖ ਵਿੱਚੋਂ ਪੜ੍ਹਿਆ ਜਾ ਸਕਦਾ। ਭਾਈ ਬਿਧੀ ਚੰਦ ਦਾ ਜ਼ਿਕਰ ਤਾਰੀਖ ਵਿੱਚ ਆਉਂਦਾ ਹੈ ਕਿ ਉਹ ਚੋਰੀਆਂ ਕਰਦੇ ਸਨ। ਭਾਈ ਅਦਲੀ ਜੀ ਪੰਚਮ ਪਾਤਸ਼ਾਹ ਮਹਾਰਾਜ ਦੇ ਨਿਕਟਵਰਤੀ ਗੁਰਸਿੱਖ ਸਨ, ਉਹਨਾਂ ਦੀ ਸੋਭਤ ਵਿੱਚ ਆ ਕੇ ਉਹ ਪੰਚਮ ਪਾਤਸ਼ਾਹ ਮਹਾਰਾਜ ਦੇ ਦਰਬਾਰ ਤੱਕ ਪਹੁੰਚਦੇ ਨੇ, ਔਰ ਉਹੀ ਆਉਣ ਵਾਲੇ ਵਕਤ ਵਿੱਚ ਕਿੱਡੇ ਵੱਡੇ ਬਹਾਦਰ ਸੂਰਮੇ ਸਿੱਧ ਹੁੰਦੇ ਨੇ ਤਾਰੀਖ ਵਿੱਚ, ਨੇਕ ਰਾਹ ਦੇ ਉੱਤੇ ਚੱਲ ਕੇ। ਪਰ ਜਿਸ ਵੇਲੇ ਅਸੀਂ ਉਹਨਾਂ ਦੇ ਜੀਵਨ ਪੜ੍ਹਦੇ, ਅਸੀਂ ਉਹਨਾਂ ਦੇ ਪਿਛੋਕੜ ਨੂੰ ਕੇਵਲ ਫੋਰ ਐਗਜ਼ਾਮਪਲ, ਇੱਕ ਉਦਾਹਰਣ ਵਜੋਂ ਲੈਂਦੇ ਹਾਂ ਵੀ ਵੇਖੋ ਇੰਨੀ ਵੱਡੀ ਤਬਦੀਲੀ, ਇੰਨਾ ਵੱਡਾ ਪਰਿਵਰਤਨ ਉਹਨਾਂ ਦੇ ਜੀਵਨ 'ਚ ਧਰਮ ਨੇ ਪੈਦਾ ਕਰ ਦਿੱਤਾ ਹੈ, ਗੁਰੂ ਦੀ ਮੱਤ ਨੇ ਪੈਦਾ ਕਰ ਦਿੱਤਾ ਹੈ, ਪਰ ਅਸੀਂ ਉਹਨਾਂ ਦੇ ਪਹਿਲੇ ਕਰਮ ਨੂੰ ਸਾਹਮਣੇ ਰੱਖ ਕੇ ਨਵੇਂ ਨੂੰ ਨਕਾਰ ਨਹੀਂ ਸਕਦੇ। ਇਹ ਜਿਹੜੀ ਤਬਦੀਲੀ ਹੈ, ਇਹ ਜਿਹੜਾ ਪਰਿਵਰਤਨ ਹੈ, ਇਸੇ ਨੂੰ ਹੀ ਪਤਿਤ ਉਦਾਹਰਣ ਕਿਹਾ ਗਿਆ। ਭਾਵ ਡਿੱਗੇ ਹੋਏ ਨੂੰ ਉਠਾ ਲੈਣਾ। ਧਰਮ ਦਾ ਕਾਰਜ ਹੀ ਹੈ। ਜੇ ਡਾਕਟਰ ਜਿਹੜਾ ਹੈ ਉਹ ਮਰੀਜ਼ ਨਾਲ ਨਫ਼ਰਤ ਕਰੇਗਾ ਤਾਂ ਉਹਦਾ ਇਲਾਜ ਕਿਵੇਂ ਕਰੇਗਾ? ਕਿ ਉਹਨੂੰ ਸਹੀ ਢੰਗ ਨਾਲ ਟਰੀਟ ਕਰ ਸਕੇਗਾ? ਬਿਲਕੁਲ ਨਹੀਂ। ਧਾਰਮਿਕ ਦਾਇਰੇ ਵਿੱਚ ਜਿਹੜਾ ਹੈ ਨਾ, ਅਸੀਂ ਕਈ ਵਾਰ ਵੇਖਦੇ, ਵੇਖੋ ਫਲਾਨਾ ਕਿਵੇਂ ਕਰਦਾ ਹੈ, ਕੀ ਇਹ ਸੰਸਾਰ ਹੈ, ਇੱਥੇ ਪੋਸੀਬਲ ਹੈ ਕੋਈ ਕੁਝ ਵੀ ਕਰ ਸਕਦਾ ਹੈ, ਮੰਦੇ ਤੋਂ ਮੰਦੇ ਅਮਲਾਂ ਵਿੱਚ ਵੀ ਗਰਕ ਸਕਦਾ ਹੈ। ਜਦੋਂ ਤੁਸੀਂ ਧਰਮ ਵੱਲ ਮੂੰਹ ਕਰ ਲਿਆ, ਫਿਰ ਉੱਥੇ ਤੁਸੀਂ ਇਹ ਗੱਲਾਂ ਨਹੀਂ ਕਰ ਸਕਦੇ, ਕਿਉਂਕਿ ਧਰਮ ਤੁਹਾਨੂੰ ਕਹਿੰਦਾ ਹੈ ਜੇ ਉਹਨੂੰ ਡਿੱਗੇ ਨੂੰ ਉਠਾ ਸਕਦਾ ਹੈ ਤੇ ਉਠਾ, ਜੇ ਉਹਨੂੰ ਚੁੱਕ ਸਕਦਾ ਹੈ ਤੇ ਚੁੱਕ, ਜੇ ਉਹਨੂੰ ਚਿੱਕੜ ਚੋਂ ਕੱਢ ਸਕਦਾ ਹੈ ਤੇ ਕੱਢਣ ਦੀ ਕੋਸ਼ਿਸ਼ ਕਰ। ਪਰ ਅਸੀਂ ਮੰਨ ਲਿਆ ਵੀ ਸਾਡੇ ਧਰਮ ਨੂੰ ਖਤਰਾ ਹੋ ਜਾਂਦਾ ਹੈ ਜਦੋਂ ਅਸੀਂ ਕਿਸੇ ਮਾੜੇ ਵਿਅਕਤੀ ਦੇ ਕੋਲ ਦੀ ਵੀ ਲੰਘ ਜਾਈਏ। ਇਹਨੂੰ ਧਰਮ ਨਹੀਂ ਕਹਿੰਦੇ, ਇਹਦਾ ਮਤਲਬ ਧਰਮ ਹੈ ਹੀ ਨਹੀਂ ਉੱਥੇ। ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪਰਮੇਸ਼ਰ ਦਾ ਸੁਭਾਅ ਕੀ ਦੱਸਿਆ? ਪਤਿਤ ਉਦਾਹਰਣ। ਗੁਰੂ ਦਾ ਸੁਭਾਅ ਕੀ ਦੱਸਿਆ? ਪਤਿਤ ਉਦਾਹਰਣ। ਜਦੋਂ ਮਾਲਕ ਅਕਾਲ ਪੁਰਖ ਵਾਹਿਗੁਰੂ ਵੀ ਪਤਿਤ ਉਦਾਹਰਣ ਹੈ, ਗੁਰੂ ਵੀ ਪਤਿਤ ਉਦਾਹਰਣ ਹੈ, ਫਿਰ ਧਰਮ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਏਗਾ, ਨਾ ਕਿ ਸਾਡੇ ਤੋਂ। ਤਾਂ ਸਤਿਗੁਰੂ ਕਹਿੰਦੇ ਪਤਿਤ ਉਦਾਹਰਣ ਭੈ ਹਰਨ। ਭੈ ਦਾ ਮਤਲਬ ਹੈ ਡਰ, ਸਹਿਮ। ਹਰਨ ਮਤਲਬ ਨਾਸ਼, ਹਰ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ। ਹਰ ਅਨਾਥ ਕੇ ਨਾਥ,
ਮਹਾਰਾਜ ਕਹਿੰਦੇ ਨੇ ਉਹ ਹਰੀ ਪਰਮੇਸ਼ਰ ਅਨਾਥਾਂ ਦਾ ਨਾਥ ਹੈ। ਅਨਾਥ ਕਹਿੰਦੇ ਨੇ ਬੇਸਹਾਰਾ ਨੂੰ, ਜਿਹਦਾ ਕੋਈ ਸਹਾਰਾ ਨਾ ਹੋਵੇ। ਨਾਥ ਮਾਲਕ, ਜਿਹਦਾ ਉਹ ਆਪ ਸਹਾਰਾ ਬਣਦਾ ਹੈ। ਜੀਵਨ ਮਾਰਗ ਉੱਤੇ ਚੱਲਦਿਆਂ ਹੋਇਆਂ ਜਿੱਥੇ ਕੋਈ ਵੀ ਐਸੀ ਸਿਚੁਏਸ਼ਨ ਹਰ ਵੇਲੇ ਸਾਡੀ ਬਣੀ ਹੁੰਦੀ ਹੈ ਜਿੱਥੇ ਕੋਈ ਸਾਡਾ ਆਸਰਾ ਨਹੀਂ ਹੁੰਦਾ, ਮਹਾਰਾਜ ਕਹਿੰਦੇ ਨੇ ਉੱਥੇ ਸਾਡਾ ਆਸਰਾ ਕੌਣ ਹੈ? ਪਰਮੇਸ਼ਰ ਅਕਾਲ ਪੁਰਖ ਆਪ ਆਸਰਾ ਹੈ। ਅਸੀਂ ਸਾਰੇ ਸੰਸਾਰ ਵਿੱਚ ਰਿਸ਼ਤਿਆਂ ਵਾਲੇ ਹੁੰਦਿਆਂ ਹੋਇਆਂ ਵੀ, ਲੱਖਾਂ ਲੋਕਾਂ ਦੀ ਭੀੜ ਦੇ ਵਿੱਚ ਹੁੰਦਿਆਂ ਹੋਇਆਂ ਵੀ ਅਨਾਥ ਹਾਂ। ਇੱਥੇ ਅਨਾਥ ਸ਼ਬਦ ਨੂੰ ਸਤਿਗੁਰੂ ਨੇ ਇਸ ਰੂਪ ਵਿੱਚ ਬਿਆਨ ਕੀਤਾ। ਕੋਈ ਇਹ ਨਾ ਸਮਝੇ ਵੀ ਮੇਰੇ ਮਾਂ-ਬਾਪ ਹਨ, ਰਿਸ਼ਤੇ, ਮੈਂ ਅਨਾਥ ਕਿੱਥੋਂ ਹੋਇਆ। ਗੁਰੂ ਪਾਤਸ਼ਾਹ ਕਹਿੰਦੇ ਅਸੀਂ ਸਾਰੇ ਹੀ ਆਤਮਿਕ ਤੌਰ 'ਤੇ ਅਨਾਥ ਹੀ ਹਾਂ। ਕੋਈ ਨਹੀਂ ਹੈ ਸਾਡਾ ਜਿਹੜਾ ਸਾਡੇ ਡਿੱਗਦੇ ਪਤਿਤ ਹੁੰਦੇ ਜੀਵਨ ਨੂੰ ਸਹਾਰਾ ਦੇ ਦੇ। ਹੈ ਕੋਈ? ਫਿਜ਼ੀਕਲੀ ਡਿੱਗਦਿਆਂ ਨੂੰ ਤਾਂ ਹੋ ਸਕਦਾ ਕੋਈ ਉਠਾ ਲਵੇ, ਪਰ ਮਾਨਸਿਕ ਔਰ ਸੁਰਤ ਕਰਕੇ ਡਿੱਗਦਿਆਂ ਨੂੰ ਕੋਈ ਉਠਾਉਣ ਵਾਲਾ ਸਾਡੇ ਆਲੇ ਦੁਆਲੇ ਹੈ? ਆਪਾਂ ਆਪਣੇ ਪਰਿਵਾਰ 'ਚ ਝਾਤ ਮਾਰ ਕੇ ਵੇਖੀ, ਜੇ ਮੈਂ ਮਾਨਸਿਕ ਤੌਰ 'ਤੇ ਡਿੱਗ ਪਵਾਂ, ਜੇ ਮੈਂ ਸੁਰਤ ਕਰਕੇ ਪਸ਼ੂ ਬਿਰਤੀ ਦਾ ਧਾਰਨੀ ਹੋ ਜਾਵਾਂ, ਔਗਣਾਂ ਦੀ ਖੱਡ 'ਚ, ਵਿਕਾਰਾਂ ਦੀ ਖੱਡ 'ਚ ਡਿੱਗਣ ਲੱਗਾ, ਕੋਈ ਬਚਾ ਸਕਦਾ ਮੈਨੂੰ? ਸਾਰੇ ਹੀ ਇਸ ਮਰਜ਼ ਨਾਲ ਪੀੜਤ ਨੇ, ਕੋਈ ਨਹੀਂ ਬਚਾ ਸਕਦਾ। ਕੌਣ ਬਚਾ ਸਕਦਾ? ਅਕਾਲ ਪੁਰਖ ਪਰਮੇਸ਼ਰ ਦਾ ਨਾਮ, ਉਹੀ ਪਤਿਤ ਉਦਾਹਰਨ ਹੈ, ਉਹੀ ਅੰਦਰ ਦੇ ਸਹਿਮ ਖਤਮ ਕਰਦਾ ਹੈ, ਉਹੀ ਸਾਡਾ ਨਾਥਾਂ ਦਾ ਇੱਕੋ ਇੱਕ ਮਾਲਕ ਹੈ। ਹਰ ਅਨਾਥ ਕੇ ਨਾਥ, ਹਜ਼ੂਰ ਆਖਦੇ ਨੇ ਕਹੋ ਨਾਨਕ ਤੇਹ ਜਾਨੀਐ। ਇਹ ਨਾਨਕ ਆਖ ਉਸ ਨੂੰ ਜਾਣੋ। ਉਸ ਪਰਮੇਸ਼ਰ ਵਾਹਿਗੁਰੂ ਨਾਲ ਜਾਣਨ ਦਾ ਮਤਲਬ ਹੁੰਦਾ ਹੈ ਸਾਂਝ ਬਣਾਉਣੀ, ਪਛਾਣ ਕਰਨੀ, ਸਿਆਣ ਕੱਢਣੀ। ਸਦਾ ਬਸਤ ਤੁਮ ਸਾਥ, ਸਤਿਗੁਰੂ ਕਹਿੰਦੇ ਨੇ ਜਿਹੜਾ ਤੇਰੇ ਨਾਲ ਸਦਾ ਵਸਦਾ ਹੈ ਉਹ ਦੂਰ ਨਹੀਂ। ਉਸ ਨੂੰ ਜਾਣ ਕਿੱਥੋਂ? ਆਪਣੇ ਵਜੂਦ ਵਿੱਚੋਂ, ਜਿਸ ਨੂੰ ਨੌਵੇਂ ਪਾਤਸ਼ਾਹ ਨੇ ਪਹਿਲੇ ਸ਼ਬਦਾਂ ਵਿੱਚ ਕਿਹਾ ਆਪਾ ਚੀਨਣਾ, ਆਪਣੇ ਆਪ ਦੀ ਪੜਚੋਲ ਕਰਨੀ, ਆਪਣੇ ਅੰਤਰਾਤਮੇ ਵਿੱਚ ਉਤਰਨਾ, ਆਪਣੇ ਮਨ ਦੀਆਂ ਤਹਿਆਂ ਤੱਕ ਜਾਣਾ। ਉਹ ਤੇਰੇ ਆਪਣੇ ਆਪ ਵਿੱਚ ਹੈ, ਉਸ ਨੂੰ ਬਾਹਰ ਨਾ ਤਲਾਸ਼। ਤਨ ਧਨ ਜਿਹ ਤੂ ਕਉ ਦਿਓ, ਤਾਂ ਸਿਉ ਨੇਹੁ ਨ ਕੀਨ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਤਨ ਦਾ ਭਾਵ ਹੈ ਸਰੀਰ, ਤੇ ਧਨ ਦਾ ਭਾਵ ਹੈ ਬਾਹਰ ਦੀਆਂ ਪਦਾਰਥਕ ਸਹੂਲਤਾਂ। ਜਿਹ, ਜਿਸ ਨੇ ਤੂ ਕਉ ਦਿਓ, ਤੈਨੂੰ ਦਿੱਤਾ ਹੈ, ਜਿਸ ਨੇ ਇਹ ਸਰੀਰ ਭਾਵ ਤੇਰਾ ਵਜੂਦ ਸਿਰਜਿਆ, ਤੇ ਇਸ ਵਜੂਦ ਦੇ ਚੱਲਣ ਲਈ, ਇਸ ਵਜੂਦ ਦੀ ਸਪੋਰਟ ਲਈ, ਜਾਂ ਇਸ ਨੂੰ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਬਾਹਰ ਦੇ ਧਨ ਪਦਾਰਥ ਵਸਤੂਆਂ ਸਭ ਕੁਝ ਤੈਨੂੰ ਦਿੱਤਾ। ਤਨ ਧਨ ਜੇ ਤੋ ਕਉ ਦਿਓ, ਤਾਂ ਸਿਉ ਨੇਹੁ ਨ ਕੀਨ। ਨੇਹ ਦਾ ਮਤਲਬ ਹੈ ਨੇੜਤਾ ਕਰਨੀ, ਪ੍ਰੇਮ ਬਣਾਉਣਾ, ਇੱਕ ਰਿਲੇਸ਼ਨ ਕਾਇਮ ਕਰਨਾ। ਉਸ ਸਿਰਜਣਹਾਰ ਦਾਤਾਰ ਨਾਲ, ਜੋ ਸਿਰਜਣਾ ਕਰਨ ਵਾਲਾ ਹੈ, ਸਭ ਕੁਝ ਸਿਰਜ ਕੇ ਉਸਨੇ, ਤੇ ਫਿਰ ਇਹਨਾਂ ਚੀਜ਼ਾਂ ਦੀ ਦਾਤ ਇੱਕ ਦੂਜੇ ਦਾ, ਇਹ ਹਰ ਇੱਕ ਚੀਜ਼ ਦੀ ਦੂਜੀ ਚੀਜ਼ ਨੂੰ ਸਪੋਰਟ ਦੇ ਦਿੱਤੀ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਤੂੰ ਜ਼ਰਾ ਜਿੰਨਾ ਵੀ ਕੋਈ ਪ੍ਰੇਮ ਭਰਿਆ ਰਿਲੇਸ਼ਨ ਨਹੀਂ ਬਣਾਇਆ, ਉਸ ਦਾ ਅਨੁਭਵ ਨਹੀਂ ਕੀਤਾ ਵੀ ਉਹ ਹੈ, ਮੇਰੇ ਆਪਣੇ ਆਪ ਵਿੱਚ ਹੈ, ਸਾਰੀ ਕਾਇਨਾਤ ਵਿੱਚ ਹੈ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਨਰ ਬਾਵਰੇ। ਬਾਵਰੇ ਦਾ ਮਤਲਬ ਹੈ ਝੱਲੇ, ਹੇ ਝੱਲੇ ਮਨੁੱਖ। ਆਮ ਤੌਰ 'ਤੇ ਬਾਵਰੇ, ਬਾਵਰਾ, ਇਹ ਸ਼ਬਦ ਬੜੀ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਤੇ ਇਹਦਾ ਅਰਥ ਹੈ ਝੱਲਾ, ਪਾਗਲ, ਅਪਸੈਟ ਬੰਦਾ। ਹੁਣ ਅਸੀਂ ਬਾਵਰਾ ਫਿਜ਼ੀਕਲੀ ਹੋ ਸਕਦਾ ਉਹ ਬੜਾ ਸਟਰੋਂਗ ਹੋਵੇ, ਪਰ ਉਹਦੀ ਹਰਕਤ ਦੱਸਦੀ ਹੈ ਵੀ ਇਹ ਬੰਦਾ ਮੈਂਟਲੀ ਅਪਸੈਟ ਹੈ, ਯਾਨੀ ਕਿ ਇਹਦੇ ਖਿਆਲ ਸ਼ਕਤੀ ਜਿਹੜੀ ਹੈ ਮਰਿਆਦਾ 'ਚ ਨਹੀਂ ਚੱਲ ਰਹੀ। ਉਹਦਾ ਆਪਣੇ ਮਨ ਦੇ ਵਿਚਾਰਾਂ ਦੇ ਉੱਤੇ ਕੰਟਰੋਲ ਨਹੀਂ। ਉਹਨੂੰ ਅਸੀਂ ਕਹਿੰਦੇ ਵੀ ਨਾਰਮਲ ਨਹੀਂ ਹੈ, ਅਤੇ ਅਸੀਂ ਸਮਝਦੇ ਵੀ ਅਸੀਂ ਸਾਰੇ ਨਾਰਮਲ ਹਾਂ। ਹੁਣ ਜ਼ਰਾ ਸੋਚਿਓ, ਉਹ ਬੰਦੇ ਦੀਆਂ ਹਰਕਤਾਂ ਜਿਹਨੂੰ ਅਸੀਂ ਕਹਿੰਦੇ ਸਾਡੇ ਮੈਨਰਜ਼ ਨੇ, ਵੀ ਬਹਿਣ ਦੇ ਮੈਨਰਜ਼ ਨੇ, ਉੱਠਣ ਦੇ ਨੇ, ਸਲੀਕੇ ਜਿਹਨੂੰ ਆਪਾਂ ਕਹਿੰਦੇ ਸਲੀਕਾ,
ਪੰਜਾਬੀ 'ਚ ਉਹਨੂੰ ਆਪਾਂ ਕਹਿੰਦੇ ਨੇ ਮੈਨਰਜ਼, ਵੀ ਖਾਣ ਦੇ ਆਹ ਨੇ, ਪਹਿਨਣ ਦੇ ਆਹ ਨੇ, ਤੁਰਨ ਦੇ ਆਹ ਨੇ, ਬੈਠਣ ਦੇ ਆਹ ਨੇ, ਚੱਲਣ ਦੇ ਆਹ ਨੇ, ਸੁਸਾਇਟੀ 'ਚ ਰਿਸ਼ਤੇਦਾਰੀ 'ਚ ਕਿਵੇਂ ਵਿਚਰਨਾ, ਉਹ ਸਾਰੇ ਅਸੀਂ ਜੋ ਮਿਥੇ ਹੋਏ, ਉਹ ਜਿਹੜਾ ਉਹਨਾਂ 'ਚ ਫਿੱਟ ਨਾ ਬੈਠੇ, ਸਾਨੂੰ ਲੱਗਦਾ ਬੈਕਵਰਡ ਹੈ। ਇੱਕ ਤਾਂ ਉਹ ਕਲਾਸ ਅਸੀਂ ਸਿਰਜ ਲਈ, ਅਤੇ ਇੱਕ ਅਸੀਂ ਉਹ ਸਿਰਜ ਲਈ ਵੀ ਜਿਹੜਾ ਬੰਦਾ ਆਮ ਬੰਦਿਆਂ ਵਰਗਾ ਵਿਹਾਰ ਨਾ ਕਰੇ, ਉਹਨੂੰ ਅਸੀਂ ਕਹਿੰਦੇ ਇਹ ਮੈਂਟਲੀ ਅਪਸੈਟ ਹੈ, ਨਾਰਮਲ ਨਹੀਂ ਹੈ। ਹੁਣ ਜ਼ਰਾ ਸੋਚ ਕੇ ਵੇਖਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਵੀ ਅਸੀਂ ਸਾਰੇ ਨਾਰਮਲ ਨਹੀਂ ਹਾਂ। ਜਿਸ ਲੈਵਲ 'ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੁਣ ਵੈਸੇ ਤੁਸੀਂ ਕਿਸੇ ਨੂੰ ਬਾਬਰਾ ਪਾਗਲ ਕਹਿ ਸਕਦੇ ਹੋ? ਅਸੀਂ ਕਿਸੇ ਨੂੰ ਕਹੀਏ ਪਾਗਲ ਹੈ, ਦੂਜਾ ਕਹੇਗਾ ਨਾਰਮਲ ਤਾਂ ਹੈ, ਸਾਡੇ ਵਾਂਗ ਹੀ ਤਾਂ ਵਿਚਰ ਰਿਹਾ, ਕਿਵੇਂ ਪਾਗਲ ਹੋ ਗਿਆ? ਪਾਗਲ ਦੀਆਂ ਤੇ ਆਡੀ ਨਿਸ਼ਾਨੀਆਂ ਹੋਣਗੀਆਂ ਨਾ, ਉਹ ਤਾਂ ਦਿਸ ਪਏਗਾ, ਉਹਦੀ ਹਰਕਤ ਤੋਂ ਪਤਾ ਲੱਗ ਜਾਏਗਾ ਵੀ ਇੰਨਾ ਨਾਰਮਲ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਲੈਵਲ 'ਤੇ ਖਲੋ ਕੇ ਸਾਨੂੰ ਵੇਖਦੇ ਨੇ, ਉੱਥੇ ਮਹਾਰਾਜ ਸਾਨੂੰ ਵੀ ਐਵੇਂ ਜੱਜ ਕਰਦੇ ਨੇ ਵੀ ਆਹ ਲੋਕ ਨਾਰਮਲ ਜੇ ਨਹੀਂ। ਕਿਉਂ? ਕਿਉਂਕਿ ਹਰ ਗੱਲ 'ਤੇ ਖਿੱਚਦੇ ਨੇ, ਇੱਕ ਦੂਜੇ ਨਾਲ ਝਗੜਦੇ ਨੇ, ਫਸਾਦ ਕਰਦੇ ਨੇ। ਨਾਰਮਲ ਬੰਦਿਆਂ ਦੀਆਂ ਨਿਸ਼ਾਨੀਆਂ ਨੇ, ਇਹਨਾਂ ਨੂੰ ਅਜੇ ਬਹੁਤ ਕੁਝ ਗ੍ਰਹਿਣ ਕਰਨ ਦੀ ਲੋੜ ਹੈ। ਇਹ ਖਵਾਉਂਦੇ ਬੰਦੇ ਨੇ, ਪਰ ਸੁਭਾਅ ਅਤੇ ਬਿਰਤੀ ਅਤੇ ਵਿਹਾਰ ਪਸ਼ੂਆਂ ਵਾਂਗ ਕਰਦੇ ਨੇ। ਇਨਸਾਨੀ ਫਿਤਰਤ ਦਾ ਇਹਨਾਂ ਨੇ ਪੱਲਾ ਛੱਡ ਦਿੱਤਾ। ਤਾਂ ਸਤਿਗੁਰੂ ਉਸ ਪੱਧਰ 'ਤੇ ਸਾਨੂੰ ਕਹਿੰਦੇ ਨੇ ਬਾਵਰੇ ਨੇ, ਗਿਆਨ ਨਾਲੋਂ ਟੁੱਟੇ ਹੋਏ ਮਨੁੱਖ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਦੀਨ ਹੋ ਕੇ ਭਾਵ ਕੰਗਾਲ ਜਿਹਾ ਹੋ, ਆਤਮਿਕ ਗੁਣਾਂ ਦੀ ਪੂੰਜੀ ਤੋਂ ਸਖਣਾ ਹੋ ਕੇ ਹੁਣ ਤੂੰ ਕਿਵੇਂ ਭਟਕ ਰਿਹਾ? ਕਦੇ ਆਪਣੇ ਆਪ ਨੂੰ ਵੇਖ। ਤਨ ਤਨ ਸੰਪੈ ਸੁਖ ਦਿਓ, ਆਰ ਜਿਹੇ ਨੀਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਪਾਤਸ਼ਾਹ ਆਖਦੇ ਨੇ, ਜਿਸ ਨੇ ਤੈਨੂੰ ਤਨ, ਸਰੀਰ, ਜੀਵਨ, ਧਨ, ਸੰਪੱਤੀ, ਪਦਾਰਥ, ਵਸਤੂਆਂ ਜੋ ਤੂੰ ਵਰਤਦਾ, ਖਰਚਦਾ ਹੈ, ਯੂਜ਼ ਕਰਦਾ ਹੈ, ਸੰਪੈ ਸੰਪੱਤੀ, ਦੌਲਤ, ਪ੍ਰੋਪਰਟੀ, ਸੁਖ, ਅਤੇ ਉਹਨਾਂ ਚੀਜ਼ਾਂ ਤੋਂ ਪੈਦਾ ਹੋਣ ਵਾਲੀ ਜਿਹੜੀ ਸਹੂਲਤ ਹੈ ਉਹ ਤੈਨੂੰ ਦਿੱਤਾ। ਔਰ ਜੇ ਨੀਕੇ ਧਾਮ, ਅਤੇ ਸੋਹਣਾ ਘਰ, ਰਿਹਾਇਸ਼ਗਾਹ, ਭਾਵ ਜਿੱਥੇ ਰਹਿ ਕੇ ਤੂੰ ਆਪਣੇ ਜੀਵਨ ਨੂੰ ਚੰਗੇ ਢੰਗ ਨਾਲ ਮਾਣ ਰਿਹਾ। ਔਰ ਜੇ ਨੀਕੇ ਧਾਮ, ਨੀਕੇ ਦਾ ਮਤਲਬ ਸੋਹਣਾ ਰਿਹਾਇਸ਼ੀ ਮਕਾਨ, ਸੋਹਣੀ ਜਗ੍ਹਾ ਰਹਿਣ ਵਾਸਤੇ ਤੈਨੂੰ ਮਿਲੀ ਹੈ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਹੇ ਮੇਰੇ ਮਨ, ਇੰਨਾ ਕੁਝ ਜਿਸ ਤੋਂ ਤੂੰ ਪ੍ਰਾਪਤ ਕਰ ਰਿਹਾ, ਇੰਨੀਆਂ ਦਾਤਾਂ ਜਿਸ ਨੇ ਤੈਨੂੰ ਦੇ ਦਿੱਤੀਆਂ ਨੇ, ਤੂੰ ਫਿਰ ਉਸ ਨੂੰ ਯਾਦ ਕਿਉਂ ਨਹੀਂ ਕਰਦਾ? ਅਸੀਂ ਸੰਸਾਰਿਕ ਤੌਰ 'ਤੇ ਇੱਕ ਨਿਯਮ ਬਣਾਇਆ ਨਾ, ਵੀ ਕੋਈ ਬੰਦਾ ਕਿਸੇ ਲਈ ਡੋਰ ਵੀ ਖੋਲ੍ਹ ਦੇਵੇ ਨਾ, ਅਤੇ ਅਸੀਂ ਉਹਨੂੰ ਥੈਂਕਸ ਕਰਕੇ ਲੰਘਦੇ। ਅਸੀਂ ਆਮ ਇਹਨੂੰ ਸਲੀਕਾ ਬਣਾਇਆ ਨਾ ਇੱਕ ਸਮਾਜ ਦਾ, ਵੀ ਗਲਤੀ ਹੋ ਗਈ ਤੇ ਸੌਰੀ ਕਹੋ, ਅਤੇ ਕਿਸੇ ਨੇ ਤੁਹਾਡੇ ਲਈ ਕੁਝ, ਭਾਵੇਂ ਛੋਟੇ ਤੋਂ ਛੋਟਾ ਵੀ ਤੁਹਾਡੇ ਫਾਇਦੇ ਲਈ ਕੁਝ ਕੀਤਾ ਹੈ, ਅਤੇ ਉਹਨੂੰ ਧੰਨਵਾਦ ਕਰੋ, ਥੈਂਕਸ ਕਰੋ। ਪਰ ਜ਼ਰਾ ਸੋਚ ਕੇ ਵੇਖੋ, ਵੈਸੇ ਸਾਡੇ ਅੰਦਰ ਉਹ ਅਸੀਂ ਸਲੀਕੇ ਵਾਂਗ ਕਰਦੇ ਹਾਂ, ਕਿਉਂਕਿ ਬੰਧਾਨ ਬਣ ਜਾਂਦਾ ਨਾ ਜਦੋਂ ਸਮਾਜ ਦਾ। ਪਰ ਵੈਸੇ ਸਾਡੇ ਅੰਦਰ ਆਪਣੇ ਸਿਰਜਣਹਾਰ ਪਰਮੇਸ਼ਰ ਦੇ ਲਈ ਉਸ ਤਰ੍ਹਾਂ ਦਾ ਧੰਨਵਾਦ ਕਦੇ ਨਹੀਂ। ਉੱਥੇ ਉਲਾਂਭੇ ਹੀ ਹੁੰਦੇ ਨੇ, ਸ਼ਿਕਵੇ ਹੀ ਹੁੰਦੇ ਨੇ, ਵੀ ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਉਹਦਾ ਵੀ ਧੰਨਵਾਦ, ਜਦੋਂ ਆਪਣੇ ਆਪ ਨੂੰ ਵੇਖਦਾ ਨਾ ਤਾਂ ਉਹਦਾ ਧੰਨਵਾਦ ਕਰਿਆ ਕਰ। ਜੋ ਕੋਈ ਤੂੰ ਵਰਤਦਾ ਅਤੇ ਖਰਚਦਾ ਹੈ, ਉਹਦਾ ਉਸ ਗੱਲੋਂ ਸਦਾ ਥੈਂਕਸ ਕਰਿਆ ਕਰ। ਔਰ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਕਿਹਾ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਇਓ। ਸਾਰੀ ਅਸ਼ਟਪਦੀ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਕਿਰਤੱਗਿਆ ਸੁਭਾਅ, ਧੰਨਵਾਦੀ ਸੁਭਾਅ ਅਪਣਾਵਾਂਗੇ, ਤਾਂ ਸ਼ਿਕਵਿਆਂ ਦੀ ਬਿਰਤੀ ਮਿਟ ਜਾਏਗੀ। ਸ਼ਿਕਵੇ ਮਨੁੱਖ ਨੂੰ ਖਿਝਾਉਂਦੇ ਨੇ, ਉਦਾਸ ਕਰਦੇ ਨੇ, ਦੁਖੀ ਕਰਦੇ ਨੇ, ਔਰ ਉਹਨੂੰ ਖਾਲੀ ਖਾਲੀ ਮਹਿਸੂਸ ਕਰਾਉਂਦੇ ਨੇ। ਧੰਨਵਾਦ ਮਨੁੱਖ ਨੂੰ ਭਰ ਦਿੰਦਾ ਹੈ, ਉਹਨੂੰ ਰੱਜਿਆ ਰੱਜਿਆ ਪ੍ਰਤੀਤ ਕਰਾਉਂਦਾ। ਸਾਹਿਬ ਸਤਿਗੁਰੂ ਕਿਰਪਾ ਕਰਨ।
ਅਗਲੇ ਸ਼ਲੋਕਾਂ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਤਿਗੁਰੂ ਦੀ ਰਹਿਮਤ ਨਾਲ ਕਰਨ ਦਾ ਯਤਨ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।